थोड़ा आप चलते हैं या सीढ़ियाँ चढ़ते हैं, साह चढ़ता है, फिर आप हौली हौली चढ़ना शुरू कर देंगे। यही होंगे इंसान की टेंडेंसी होंगी जी चीज़ तो तकलीफ होए छड़ देंगे। जिदा आप 5 किलोमीटर सैर करते सी, फिर बाद 3 किलोमीटर तो बाद साह चढ़ना शुरू हो गया, चलो आप घट ही कर दिए सैर। फिर साह चढ़ना जो शुरू हो जाता है, फिर हौली हौली करके थोड़ी सैर भी घट जाती है, प्रॉब्लम आती रहती है, तुम इग्नोर कर जो इग्नोर करते हैं इस चीज़ में दोस्तों, तो ये हार्ट ब्लॉकेज धीरे धीरे करके वध जाती है। देखो बहुत सारे मरीज अपने को हार्ट ब्लॉकेज के आते हैं, साढ़े को लगभग 10,000 तो ज़्यादा मरीज अज तक आप ठीक कर चुके हैं। तुहाडे सामने कुछ जड़ी बूटियां भी पईयां, इन्हां जड़ी बूटियां नाल ही आप ठीक करते हैं। ये बूटियां बहुत सारियां ने, पता सानू नहीं है। गल है कि विश्वास की गल है दोस्तों, अगर तुहानू विश्वास आंदा है तो मैं तुहाडे लाखों लाख रुपए बचा सकदा। ये चीज़ जिहड़ी हैगी है, अगर तुहानू छाती दर्द हो रहा है तो एकदम करे कोई नहीं है, तो तुसीं किते जान जोगे भी नहीं दोस्तों, तो आ एक आपां मुट्ठी बनानी है, अंगूठे अंदर रख के पेट से दबना, पेट दब के थल्ले झुकना है, पहला झुक के नाल खंघना है। जब तक खंघना है तब तक, जब तक मूँह दे राही थुक ना आ जाए। RCA जिहड़ी हैगी है, देखो इत्थे तुसीं लिखिया देखोगे, ये देखो विद नियर टोटल अक्लूजन। टोटल अक्लूजन का मतलब यह होंदा है कि पूरी ब्लॉक है। तो ये रिपोर्ट सीगी 20/11/2022 दी। उस तो बाद आप 2 महीने दवाई खिलाई इस पेशेंट नूं, 2 महीने दवाई खाने तो बाद आ देखो जी ये आई जिहड़ी 100% ब्लॉकेज सीगी RCA दे विच, और 60 ਤੋਂ 70% रह गई है। ਸਤਿ ਸ਼੍ਰੀ ਅਕਾਲ, ਮੈਂ ਕਿਰਨ, ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ। ਇਸ ਵੇਲੇ ਅਸੀਂ ਫੇਜ਼ 7 ਦੇ ਵਿੱਚ ਮੌਜੂਦ ਹਾਂ। ਤੁਹਾਨੂੰ ਦੱਸ ਦਈਏ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਜਿਹੜੇ ਨੇ ਬਿਮਾਰੀਆਂ ਤੋਂ ਰਾਹਤ ਦੇ ਲਈ ਅੰਗਰੇਜ਼ੀ ਦਵਾਈਆਂ ਵੱਲ ਰੁਖ ਕਰਦੇ ਨੇ, ਪਰ ਅੱਜ ਵੀ ਜਿਹੜੇ ਕਿ ਸਮਾਂ ਬੇਸ਼ੱਕ ਬਦਲ ਗਿਆ, ਪਰ ਕੁਝ ਲੋਕਾਂ ਦਾ ਭਰੋਸਾ ਜਿਹੜਾ ਹਲੇ ਵੀ ਆਯੁਰਵੈਦਿਕ ਦਵਾਈਆਂ ਤੇ ਬਣਿਆ ਹੋਇਆ। ਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਡਾਕਟਰ ਸ਼੍ਰੀਧਰ ਅਗਰਵਾਲ, ਜਿਨ੍ਹਾਂ ਤੋਂ ਜਾਣਾਂਗੇ। ਜਿਹੜਾ ਫਿਲਹਾਲ ਤੁਹਾਨੂੰ ਪਹਿਲਾਂ ਦੱਸ ਦਈਏ ਕਿ 10,000 ਲੋਕਾਂ ਨੂੰ ਜਿਹੜੇ ਕਿ ਇਹ ਠੀਕ ਕਰ ਚੁੱਕੇ ਨੇ, ਜਿਹੜੇ ਹਾਰਟ ਬਲੌਕੇਜ ਨੇ, ਕਿਉਂਕਿ ਅਕਸਰ ਦੇਖਿਆ ਜਾਂਦਾ कि हार्ट ब्लॉकेज ਜਿਹੜੇ ਪ੍ਰੋਬਲਮ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਸਟੰਟ ਪਾਉਣ ਦੀਆਂ ਗੱਲਾਂ ਆਖੀਆਂ ਜਾਂਦੇ ਨੇ। ਲੱਖਾਂ ਪੈਸੇ ਖਰਚ ਕਰਨ ਦੇ ਬਾਵਜੂਦ ਵੀ ਲੋਕ ਜਿਹੜੇ ਠੀਕ ਨਹੀਂ ਹੁੰਦੇ, ਪਰ ਲੋਕਾਂ ਨੇ ਇਹਨਾਂ ਤੇ ਭਰੋਸਾ ਜਤਾਇਆ, ਜਿਸ ਨੂੰ ਲੈ ਕੇ ਲੋਕਾਂ ਨੇ ਕਾਫੀ ਸਾਰੀ ਵੀਡੀਓਜ਼ ਵੀ ਸ਼ੇਅਰ ਕੀਤੀਆਂ ਨੇ। ਤਾਂ ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਸਾਡੇ ਚੈਨਲ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਹਾਰਟ ਬਲੌਕੇਜ ਹੁੰਦੀ ਕੀ ਹੈ, ਕਿਉਂਕਿ ਦੇਖਿਆ ਜਾਂਦਾ ਕਿ ਜ਼ਿਆਦਾਤਰ ਲੋਕ ਪੈਸਾ ਇਸ ਤੇ ਲਗਾ ਵੀ ਦਿੰਦੇ ਨੇ, ਪਰ ਫਿਰ ਵੀ ਉਹ ਠੀਕ ਨਹੀਂ ਹੋ ਪਾਉਂਦੇ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਜਾਣਨ ਜਾ ਰਹੇ ਹਾਂ ਕਿ ਹਾਰਟ ਬਲੌਕੇਜ ਹੁੰਦੀ ਕੀ ਹੈ। ਤੁਹਾਨੂੰ ਪਤਾ ਹੈ ਆਪਣੇ ਹਾਰਟ ਦੇ ਵਿੱਚ ਕੁਝ ਨਸਾਂ ਹੁੰਦੀਆਂ, ਕਿਉਂਕਿ ਹਾਰਟ ਜਿਹੜਾ ਹੈ ਲਗਾਤਾਰ ਕੰਮ ਕਰ ਰਿਹਾ ਹੈ। ਹਾਰਟ ਬਿਨਾਂ ਰੁਕੇ ਲਗਾਤਾਰ ਖੂਨ ਦੀ ਸਪਲਾਈ ਕਰ ਰਿਹਾ, ਚਾਹੇ ਤੁਸੀਂ ਜਾਗ ਰਹੇ ਹੋ ਚਾਹੇ ਤੁਸੀਂ ਸੋ ਰਹੇ ਹੋ, ਖੂਨ ਦੀ ਸਪਲਾਈ ਉਹਨੂੰ ਕਰਨੀ ਪੈਂਦੀ ਹੈ। ਤੇ ਹਾਰਟ ਮਸਲਸ ਜਿਹੜੀ ਕਿ ਖੂਨ ਦੀ ਸਪਲਾਈ ਕਰਦੀਆਂ, ਉਹਨਾਂ ਨੂੰ ਵੀ ਤਾਂ ਖੂਨ ਚਾਹੀਦਾ ਹੈ। ਜਦੋਂ ਇਹ ਨਸਾਂ ਦੇ ਵਿੱਚ, ਜਦੋਂ ਇਸ ਆਰਟਰੀਜ਼ ਦੇ ਵਿੱਚ ਬਲੌਕੇਜ ਹੋ ਜਾਂਦੀ ਹੈ, ਜਾਂ ਫਿਰ ਸਮਝ ਲਓ ਜਿੱਦਾਂ ਹਾਈਵੇ ਬਲੌਕ ਹੋ ਗਿਆ, ਤੁਸੀਂ ਕਿੱਥੇ ਜਾਓਗੇ? ਖੜੇ ਹੋ, ਬਰਸਾਤ ਹੋਈ ਸੀ, ਇੰਨੀ ਬਰਸਾਤ ਹੋਈ, ਸਾਰੇ ਹਾਈਵੇ ਬਲੌਕ ਹੋ ਗਏ, ਕਿਤੇ ਜਾ ਨਹੀਂ ਸਕਦੇ, ਕਿਤੇ ਆ ਨਹੀਂ ਸਕਦੇ। ਜੇ ਇੱਦਾਂ ਹੀ ਹਾਰਟ ਦੇ ਵਿੱਚ ਹੋਵੇ ਤਾਂ ਕੀ ਹੁੰਦਾ ਹੈ? ਹਾਰਟ ਅਟੈਕ ਆ ਜਾਂਦਾ, ਜਾਂ ਛਾਤੀ ਦਰਦ ਹੁੰਦੀ ਹੈ, ਜਾਂ ਲੋਕਾਂ ਨੂੰ ਪ੍ਰੀਵੀਅਸਲੀ ਸਭ ਤੋਂ ਪਹਿਲਾਂ ਜਿਹੜੇ ਸਿੰਪਟਮਸ ਆਉਂਦੇ ਨੇ ਉਹ ਹੁੰਦਾ ਸਾਹ ਚੜ੍ਹਨਾ, ਛਾਤੀ ਦਰਦ। ਜਿਹੜਾ ਛਾਤੀ ਦਾ ਦਰਦ ਉਹ ਜਬਾੜੇ ਨੂੰ ਜਾਂਦਾ ਹੈ, ਜਾਂ ਬਾਂਹ ਨੂੰ ਆਉਂਦਾ, ਜਾਂ ਪਿੱਠ ਨੂੰ ਜਾਂਦਾ, ਜਾਂ ਮੋਹਰਾਂ 'ਚ ਜਾਂਦਾ। ਇਹ ਜਿਹੜੀ ਦਰਦਾਂ ਨੇ ਇਹ ਸਾਰੀ ਹਾਰਟ ਬਲੌਕੇਜ ਦੇ ਸਿੰਪਟਮ ਨੇ, ਜਿਹੜੇ ਕਿ ਆਪਾਂ ਜਦੋਂ ਇਗਨੋਰ ਕਰਦੇ ਹਾਂ। ਜਦੋਂ ਆਪਾਂ ਨੂੰ ਕੀ ਹੁੰਦਾ, ਸ਼ੁਰੂਆਤ ਦੇ ਵਿੱਚ ਆਪਾਂ ਕੀ ਕਰਦੇ ਹਾਂ, ਥੋੜਾ ਆਪਾਂ ਚੱਲਦੇ ਹਾਂ ਜਾਂ ਸੀੜੀਆਂ ਚੜ੍ਹਦੇ ਹਾਂ, ਸਾਹ ਚੜ੍ਹਦਾ ਹੈ, ਫਿਰ ਆਪਾਂ ਹੌਲੀ ਹੌਲੀ ਚੜ੍ਹਨਾ ਸ਼ੁਰੂ ਕਰ ਦਿੰਦੇ ਹਾਂ। ਇਹੀ ਹੁੰਦਾ ਇਨਸਾਨ ਦੀ ਟੈਂਡੈਂਸੀ ਹੁੰਦੀ, ਜਿਹੜੀ ਚੀਜ਼ ਤੋਂ ਤਕਲੀਫ ਹੋਏ ਉਹ ਛੱਡ ਦਿੰਦਾ। ਜਿੱਦਾਂ ਆਪਾਂ 5 ਕਿਲੋਮੀਟਰ ਸੈਰ ਕਰਦੇ ਸੀ, ਫਿਰ ਬਾਅਦ 'ਚ 3 ਕਿਲੋਮੀਟਰ ਤੋਂ ਬਾਅਦ ਸਾਹ ਚੜ੍ਹਨਾ ਸ਼ੁਰੂ ਹੋ ਗਿਆ, ਚਲੋ ਆਪਾਂ ਘੱਟ ਹੀ ਕਰ ਦਈਏ ਸੈਰ। ਫਿਰ ਸਾਹ ਚੜ੍ਹਨਾ ਜਦੋਂ ਸ਼ੁਰੂ ਹੋ ਜਾਂਦਾ ਹੈ, ਫਿਰ ਹੌਲੀ ਹੌਲੀ ਕਰਕੇ ਤੁਹਾਡੀ ਸੈਰ ਵੀ ਘੱਟ ਜਾਂਦੀ ਹੈ, ਪ੍ਰੋਬਲਮ ਵੱਧਦੀ ਰਹਿੰਦੀ ਹੈ, ਤੁਸੀਂ ਇਗਨੋਰ ਕਰਦੇ ਹੋ। ਜਦੋਂ ਇਗਨੋਰ ਕਰਦੇ ਹੋ ਇਸ ਚੀਜ਼ ਨੂੰ ਦੋਸਤੋ, ਤਾਂ ਇਹ ਹਾਰਟ ਬਲੌਕੇਜ ਧੀਰੇ ਧੀਰੇ ਕਰਕੇ ਵੱਧ ਜਾਂਦੀ ਹੈ, ਅਤੇ ਤੁਹਾਨੂੰ ਫਿਰ ਹਾਰਟ ਅਟੈਕ ਦਾ ਖਤਰਾ ਬਣ ਜਾਂਦਾ ਹੈ। ਡਾਕਟਰ ਸਾਹਿਬ, ਅੱਜ ਕੱਲ੍ਹ ਦੇਖਿਆ ਜਾਂਦਾ ਹੈ ਕਿ ਲੋਕ, ਕਿਉਂਕਿ ਜੜੀ ਬੂਟੀਆਂ ਨੇ, ਪਹਿਲਾਂ ਵੀ ਜੜੀ ਬੂਟੀਆਂ ਸਨ ਅਤੇ ਅੱਜ ਵੀ ਜੜੀ ਬੂਟੀਆਂ 'ਤੇ ਭਰੋਸਾ ਬਣਿਆ ਹੈ। ਕਿਉਂਕਿ ਅਸੀਂ ਦੇਖਿਆ, ਕਿਉਂਕਿ ਜਿਹੜੀ ਜਦੋਂ ਸਕਰੋਲਿੰਗ ਫੇਸਬੁੱਕ 'ਤੇ ਹੋਈ ਤਾਂ ਤੁਹਾਡੇ ਜਿਹੜੇ ਮਰੀਜ਼ ਸਨ ਆਪਣੀ ਵੀਡੀਓ ਸ਼ੇਅਰ ਕਰ ਰਹੇ ਸਨ ਬਖੂਬੀ, ਮਤਲਬ ਇੱਕ ਹੱਥ ਬੈਠਿਆ ਹੋਇਆ। ਕੀ ਲੱਗਦਾ ਹੈ, ਕੁਝ ਮਰੀਜ਼ਾਂ ਬਾਰੇ ਦੱਸੋ ਜਿਹੜੇ ਕਿ ਕਾਫੀ ਟਾਈਮ ਤੋਂ ਜਿਹੜੇ ਬਿਮਾਰ ਸਨ, ਜਿਹੜੇ ਠੀਕ ਹੋਏ? ਦੇਖੋ ਬਹੁਤ ਸਾਰੇ ਮਰੀਜ਼ ਆਪਣੇ ਕੋਲ ਹਾਰਟ ਬਲੌਕੇਜ ਦੇ ਆਉਂਦੇ ਨੇ, ਸਾਡੇ ਕੋਲ ਲਗਭਗ 10,000 ਤੋਂ ਜ਼ਿਆਦਾ ਮਰੀਜ਼ ਅੱਜ ਤੱਕ ਆਪਾਂ ਠੀਕ ਕਰ ਚੁੱਕੇ ਹਾਂ। ਤੁਹਾਡੇ ਸਾਹਮਣੇ ਕੁਝ ਜੜੀ ਬੂਟੀਆਂ ਵੀ ਪਈਆਂ, ਇਹਨਾਂ ਜੜੀ ਬੂਟੀਆਂ ਨਾਲ ਹੀ ਆਪਾਂ ਠੀਕ ਕਰਦੇ ਹਾਂ। ਪਲੱਸ ਦੋਸਤੋ ਮੈਂ ਦੱਸਣਾ ਚਾਹਾਂਗਾ, ਦੇਖੋ ਇਹ ਜਿਹੜੇ ਹਸਪੀਟਲ ਆਏ ਨਾ, ਇਹ ਹੁਣੇ ਆਏ,
ਇਹ ਕਿੰਨੇ ਪੁਰਾਣੇ, ਇਹ ਜਿਹੜੇ ਸਟੰਟਿੰਗ ਹੋ ਰਹੀ ਹੈ, ਸਰਜਰੀ ਹੋ ਰਹੀ ਹੈ, ਕਿੰਨੀਆਂ ਪੁਰਾਣੀਆਂ ਤੁਸੀਂ ਦੱਸੋ? ਜਾਂ ਤੇ ਉਹਦਾ 20 ਸਾਲ 25 ਸਾਲ 50 ਸਾਲ, ਉਸ ਤੋਂ ਪਹਿਲਾਂ ਕੀ ਹਾਰਟ ਬਲੋਕੇਜ ਨਹੀਂ ਹੁੰਦੀ ਹੋਏਗੀ? ਉਦੋਂ ਵੀ ਹਾਰਟ ਬਲੋਕੇਜ ਹੁੰਦੀ ਸੀ, ਉਦੋਂ ਵੀ ਵੈਦਗਣ ਸਿਰਫ ਤੁਹਾਡੀ ਨਾੜੀ ਦੇਖ ਕੇ ਹਾਰਟ ਬਲੋਕੇਜ ਬਾਰੇ ਦੱਸਦੇ ਸੀਗੇ। ਰਮਾਇਣ 'ਚ ਵੀ ਤੁਸੀਂ ਦੇਖੋ, ਜਦੋਂ ਲਕਸ਼ਮਣ ਜੀ ਬੇਹੋਸ਼ ਪਏ ਸੀ, ਸੁਸ਼ੇਨ ਵੈਦ ਨੇ ਹਾਰਟ ਨੂੰ ਇੱਥੇ ਕੰਨ ਲਾ ਕੇ ਸੁਣਿਆ, ਉਹਨਾਂ ਨੇ ਦੱਸਿਆ, ਫਿਰ ਸੰਜੀਵਨੀ ਬੂਟੀ ਬਾਰੇ ਦੱਸਿਆ, ਸੰਜੀਵਨੀ ਬੂਟੀ ਆਈ ਤੇ ਉਹ ਫਿਰ ਠੀਕ ਹੋ ਗਏ। ਤੇ ਬੂਟੀਆਂ ਬਹੁਤ ਸਾਰੀਆਂ ਨੇ, ਪਤਾ ਸਾਨੂੰ ਨਹੀਂ ਹੈ। ਗੱਲ ਇਹ ਹੈ ਕਿ ਵਿਸ਼ਵਾਸ ਦੀ ਗੱਲ ਹੈ ਦੋਸਤੋ। ਅਗਰ ਤੁਹਾਨੂੰ ਵਿਸ਼ਵਾਸ ਆਉਂਦਾ ਹੈ ਤਾਂ ਮੈਂ ਤੁਹਾਡੇ ਲੱਖੋਂ ਲੱਖ ਰੁਪਏ ਬਚਾ ਸਕਦਾ। ਜੜੀ ਬੂਟੀਆਂ ਤੁਹਾਡੇ ਸਾਹਮਣੇ ਦਿਖਾਤੀ ਗਈਆਂ, ਜੜੀ ਬੂਟੀਆਂ ਬਾਰੇ ਦੱਸਾਂਗਾ ਜਿਹੜੀ ਤੁਹਾਡੀ ਹਾਰਟ ਬਲੋਕੇਜ ਖੋਲ੍ਹ ਦੇਣਗੇ ਤੇ ਨਾਲ ਤੁਹਾਡੇ 4-5 ਲੱਖ ਰੁਪਏ ਦਾ ਫਾਇਦਾ ਵੀ ਕਰਾਉਣਗੇ। ਜੜੀ ਬੂਟੀਆਂ ਦਾ ਜ਼ਿਕਰ ਕਰ ਰਹੇ ਹਾਂ, ਜੜੀ ਬੂਟੀਆਂ ਬਾਰੇ ਜਾਣਾਂਗੇ ਕਿ ਆਖਰਕਾਰ ਡਾਕਟਰ ਸਾਹਿਬ ਜੜੀ ਬੂਟੀਆਂ ਬਾਰੇ ਤੁਸੀਂ ਦੱਸੋ ਕਿ ਇਹਦੇ ਨਾਲ ਪਹਿਲੀ ਗੱਲ ਤਾਂ ਮੈਂ ਇਹ ਵੀ ਸਵਾਲ ਕਰਾਂਗੀ ਕਿ ਦੇਖਿਆ ਜਾਂਦਾ ਲੋਕ ਲੱਖਾਂ ਰੁਪਏ ਲਗਾ ਦਿੰਦੇ, ਸਟੰਟ ਦੀ ਗੱਲ ਕਰਦੇ ਨੇ ਡਾਕਟਰ, ਕੀ ਗਰੰਟੀ ਦਿੰਦੇ ਹੋ ਕਿ ਇਸ ਨਾਲ ਜਿਹੜੇ ਹਾਰਟ ਬਲੋਕੇਜ ਹੈ ਉਹ ਬਿਮਾਰੀ ਜਿਹੜੀ ਜੜੋਂ ਖਤਮ ਹੋ ਜਾਏਗੀ? ਇਹ ਜਿਹੜੀ ਜੜੀ ਬੂਟੀਆਂ ਤੁਹਾਡੇ ਸਾਹਮਣੇ ਪਈਆਂ ਨਾ ਦੋਸਤੋ, ਤੁਸੀਂ ਇਹਦਾ ਚੂਰਨ ਬਣਾ ਕੇ ਕਾੜਾ ਬਣਾ ਕੇ ਲਓ ਤਾਂ ਬਹੁਤ ਹੀ ਵਧੀਆ ਰਿਜ਼ਲਟ ਆਏਗਾ। 1 ਮਹੀਨਾ 2 ਮਹੀਨੇ ਖਾਓ ਤੇ ਫਿਰ ਮੈਨੂੰ ਫੋਨ ਕਰਕੇ ਦੱਸਿਓ ਕਿ ਤੁਹਾਡਾ ਜਿਹੜਾ ਸਾਹ ਚੜ ਰਿਹਾ ਜਾਂ ਛਾਤੀ ਦਾ ਦਰਦ ਹੋ ਰਿਹਾ ਸੀ ਉਹ ਕਿੱਥੇ ਗਿਆ। ਜੜੀ ਬੂਟੀਆਂ ਤੁਹਾਡੇ ਸਾਹਮਣੇ ਨੇ। ਸਭ ਤੋਂ ਪਹਿਲਾਂ ਸ਼ੁਰੂ ਕਰ ਰਹੇ ਹਾਂ, ਨੋਟ ਕਰ ਲਿਓ, ਪੈਨਸਿਲ ਲਿਖ ਕੇ ਬਾਅਦ 'ਚੋਂ ਥੱਲੇ ਨਾ ਲਿਖਿਓ ਕਿ ਸਾਨੂੰ ਦੱਸ ਦਿਓ, ਇਹ ਲਿਖ ਲਓ। ਪੁਸ਼ਕਰ ਮੂਲ ਦੀ ਜੜ੍ਹਾਂ ਨੇ ਇਹ। ਗਿਲੋਏ ਜੜੀ ਬੂਟੀ ਸਾਰਿਆਂ ਨੂੰ ਪਤਾ ਹੈ, ਬ੍ਰਹਮੀ ਇਹਨੂੰ ਹੈ ਕਹਿੰਦੇ ਨੇ। ਇਹ ਹੈਗੀ ਹੈ ਜੀ ਦਾਲਚੀਨੀ, ਇਹ ਹੈਗੀ ਹੈ, ਸਾਰਿਆਂ ਨੂੰ ਪਤਾ ਇਹਦੇ ਬਾਰੇ, ਸਾਰੇ ਬੋਲਣਗੇ। ਹਾਰਟ ਵਾਸਤੇ ਕੀ ਹੈ ਜੀ? ਅਰਜੁਨ ਦੀ ਛਾਲ। ਅਰਜੁਨ ਦੀ ਛਾਲ ਤੋਂ ਬਾਅਦ ਸਭ ਤੋਂ ਮੇਨ ਜੜੀ ਬੂਟੀ ਜਿਹੜੀ ਬਲੋਕੇਜ ਕਲੀਅਰ ਕਰਦੀ ਹੈ ਉਹ ਹੈ ਤਮਾਸਾ। ਕੀ ਹੈ? ਤਮਾਸਾ। ਇਹ ਜੜੀ ਬੂਟੀ ਜਿਹੜੀ ਹੈ ਦੋਸਤੋ, ਇਹ ਨਾ ਖੂਨ ਬਹੁਤ ਪਤਲਾ ਕਰ ਦਿੰਦੀ ਹੈ। ਜਿਹੜੀ ਖੂਨ ਪਤਲਾ ਕਰਨ ਵਾਲੀ ਆਪਾਂ ਦਵਾਈਆਂ ਖਾਂਦੇ ਜਾਂ ਗੱਠ ਬਣ ਜਾਂਦੀ ਹੈ ਖੂਨ ਦੀ, ਉਹਨੂੰ ਵੀ ਪਤਲਾ ਕਰਕੇ ਘੋਲਣ ਵਾਲੀ ਜੜੀ ਬੂਟੀ, ਇਹਨੂੰ ਤਮਾਸਾ ਕਹਿੰਦੇ ਨੇ ਆਪਾਂ। ਇਹ ਸਭ ਤੋਂ ਵਧੀਆ ਜੜੀ ਬੂਟੀ ਹੈ ਜਿਹੜੀ ਕਿ ਬਲੋਕੇਜਸ ਨੂੰ ਕਲੀਅਰ ਕਰਦੀ ਹੈ ਦੋਸਤੋ। ਪਲੱਸ ਹਾਰਟ ਦੀ ਕੋਈ ਵੀ ਤਕਲੀਫ ਹੋਵੇ ਉਹਦਾ ਵੀ ਇਲਾਜ ਆਯੁਰਵੇਦ 'ਚ ਹੈਗਾ, ਬਟ ਇਹ ਜਿਹੜੀ ਜੜੀ ਬੂਟੀਆਂ ਹੈਗੀਆਂ ਇਹ ਮੇਜਰਲੀ ਬਲੋਕੇਜ ਉੱਤੇ ਹੈਲਪ ਕਰਦੀਆਂ, ਬਲੋਕੇਜ ਨੂੰ ਕਲੀਅਰ ਕਰਦੀਆਂ। ਇਹਦਾ ਤੁਸੀਂ ਇਕੱਠਾ ਕਰਕੇ ਲਗਭਗ ਇਹਨਾਂ ਦੀ ਸਭ ਤੋਂ ਜ਼ਿਆਦਾ ਮਾਤਰਾ ਤੁਸੀਂ ਇਹ ਦੋਨਾਂ ਦੀ ਰੱਖਣੀ ਹੈ, ਬਾਕੀ ਥੋੜ੍ਹੀ ਥੋੜ੍ਹੀ ਰੱਖ ਲਿਓ। ਤੇ ਪਲੱਸ ਇਹਦਾ ਉਬਾਲ ਕੇ ਅਗਰ ਕਾੜਾ ਬਣਾ ਕੇ ਪੀਓ ਤੇ ਉਹਦੇ ਨਾਲ ਬੜਾ ਹੀ ਵਧੀਆ ਰਿਸਪੌਂਸ ਆਏਗਾ। ਇਹਦਾ ਵਧੀਆ ਕਾੜਾ ਬਣਾ ਕੇ ਅਸੀਂ ਇੱਕ ਪ੍ਰੋਡਕਟ ਵੀ ਇਹ 'ਚ ਸ਼ਾਮਿਲ ਕੀਤਾ ਹੈ ਹੁਣ, ਜਿਹੜੇ ਕਿ ਹਿਰਦੇ ਮੰਤਰਾ ਕਰਕੇ ਆਉਂਦਾ ਹੈ। ਤੁਸੀਂ ਕਾੜਾ ਬਣਾ ਕੇ ਵੀ ਲੈ ਸਕਦੇ ਹੋ, ਇਹ ਪ੍ਰੋਡਕਟ ਨੂੰ ਵੀ ਲੈ ਸਕਦੇ ਹੋ। ਪ੍ਰੋਡਕਟ ਨੂੰ ਲੈਣ ਦਾ ਤਰੀਕਾ ਕੀ ਹੈ? ਇਹਨੂੰ ਲਗਭਗ 2 ਜਾਂ 3 ਢੱਕਣ ਪਾਣੀ 'ਚ ਪਾ ਕੇ, ਇਹ ਤੁਸੀਂ ਦੇਖੋ 2 ਜਾਂ 3 ਢੱਕਣ ਪਾਣੀ 'ਚ ਪਾ ਕੇ ਅਗਰ ਤੁਸੀਂ ਲੈਂਦੇ ਹੋ, ਇਹ ਨਾਲ ਤੁਹਾਡੀ ਸਾਰੀ ਹਾਰਟ ਦੀ ਬਲੋਕੇਜਸ ਖੁੱਲ੍ਹ ਜਾਣਗੀਆਂ ਦੋਸਤੋ। ਤੇ ਇਹ ਜੜੀ ਬੂਟੀਆਂ ਜਿਹੜੀਆਂ ਹੈਗੀਆਂ ਇਹ ਬਹੁਤ ਹੀ ਮੁੱਲੇਵਾਨ ਜੜੀ ਬੂਟੀਆਂ ਹਾਰਟ ਬਲੋਕੇਜ ਵਾਸਤੇ। ਤੁਹਾਡੇ ਹਰ ਤਰੀਕੇ ਦੀ ਹਾਰਟ ਦੀ ਬਲੋਕੇਜ ਇਹ ਖੋਲ੍ਹ ਸਕਣ 'ਚ ਸક્ષਮ ਹੈ। ਜੀ ਡਾਕਟਰ ਸਾਹਿਬ, ਤੁਸੀਂ ਜਿਹੜੇ ਕਿ ਆਇਲ ਦੱਸਿਆ, ਜੋ ਦਵਾਈਆਂ ਬਾਰੇ ਦੱਸੀਆਂ, ਇੱਕ ਭਰੋਸੇ ਦੀ ਗੱਲ ਹੁੰਦੀ ਹੈ ਜਦੋਂ ਕੋਈ ਪੇਸ਼ੈਂਟ ਤੁਹਾਡੇ ਕੋਲ ਇੱਕ ਅਜਿਹਾ ਕੋਈ ਆਇਆ ਹੋਵੇ ਕਿ ਤੁਹਾਡੇ ਕੋਲ ਭਰੋਸਾ ਕੀਤਾ, ਕਿਉਂਕਿ ਵੀਡੀਓਜ਼ ਅਸੀਂ ਬਹੁਤ ਸਾਰੀਆਂ ਦੇਖੀਆਂ, ਕਿਉਂਕਿ ਅਕਸਰ ਲੋਕ ਕਹਿੰਦੇ ਨੇ ਕਿ ਆਪਣਾ ਮਤਲਬ ਸਮਾਨ ਵੇਚਣ ਦੇ ਲਈ, ਕਿਉਂਕਿ ਘਰ ਲੋਕਾਂ ਨੇ ਹੁਣ ਧੰਦਾ ਹੀ ਬਣਾ ਲਿਆ, ਕਿਉਂਕਿ ਜਿਹੜਾ ਵੀ ਮਰੀਜ਼ ਜਾਂਦਾ ਹੈ ਚਾਹੁੰਦਾ ਕਿ ਮੈਂ ਜਲਦੀ ਤੋਂ ਜਲਦੀ ਠੀਕ ਹੋ ਜਾਵਾਂ, ਜਲਦੀ ਤੋਂ ਜਲਦੀ ਜਿਹੜੇ ਮਰਜ਼ੀ, ਮਤਲਬ ਡਾਕਟਰ ਨੂੰ ਇੱਕ ਕਹਿੰਦੇ ਨੇ ਕਿ ਰੱਬ ਦਾ ਰੂਪ, ਜਿਵੇਂ ਡਾਕਟਰ ਜਦੋਂ ਹੱਥ ਰੱਖ ਦਿੰਦੇ ਨੇ ਕਿਸੇ ਮਰੀਜ਼ 'ਤੇ ਤਾਂ ਉਹ ਛੇਤੀ ਠੀਕ ਹੋ ਜਾਂਦਾ, ਤਾਂ ਮਰੀਜ਼ ਉਸ ਨੂੰ ਰੱਬ ਮੰਨ ਲੈਂਦਾ। ਕੋਈ ਅਜਿਹਾ ਉਦਾਹਰਨ ਦੱਸੋ। ਬਹੁਤ ਸਾਰੇ ਮਰੀਜ਼ ਨੇ ਸਾਡੇ ਕੋਲ, ਇੰਨੇ ਮਰੀਜ਼ ਆਉਂਦੇ ਨੇ ਰੋਜ਼ ਦੇ। ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਦੇਖ ਸਕਦੇ ਹੋ, ਸਕਰੋਲ ਡਾਊਨ ਕਰੀ ਜਾਓ, ਤੁਹਾਨੂੰ ਇੰਨੇ ਮਰੀਜ਼ ਮਿਲਣਗੇ ਜਿਹੜੇ ਸਾਡੇ ਹਾਰਟ ਪੇਸ਼ੈਂਟਸ ਠੀਕ ਹੋਏ ਨੇ। ਛਾਤੀ ਦਾ ਦਰਦ ਲੈ ਕੇ ਆਉਂਦੇ ਨੇ, ਇਮੀਡੀਏਟਲੀ ਅਸੀਂ ਉਹਨੂੰ ਠੀਕ ਕਰਦੇ ਹਾਂ। ਸਾਡੇ ਕੋਲ ਕੁਝ ਫਿਜ਼ੀਕਲ ਥੈਰੇਪੀਜ਼, ਕਾਇਰੋਪ੍ਰੈਕਟਿਕ ਟੈਕਨੀਕਸ ਵੀ ਹੈ ਦੋਸਤੋ, ਜਿਹਦੇ ਨਾਲ ਜਿਹੜੀ ਚੈਸਟ ਪੇਨ ਹੈ ਨਾਲ ਦੀ ਨਾਲ ਅਸੀਂ ਠੀਕ ਕਰਕੇ ਵੀ ਦਿਖਾਉਂਦੇ ਹਾਂ। ਪਲੱਸ ਬਾਕੀ ਹੈ ਗੱਲ ਭਰੋਸੇ ਦੀ, ਮੈਂ ਤਾਂ ਤੁਹਾਡੇ ਸਾਹਮਣੇ ਖੁੱਲੀ ਕਿਤਾਬ ਹੈ, ਲੋਕੀ ਛੁਪਾ ਕੇ ਰੱਖਦੇ ਆ। ਫਾਰਮੂਲਾ ਤੁਹਾਡੇ ਸਾਹਮਣੇ ਮੈਂ ਸ਼ੇਅਰ ਕਰਤਾ ਦੋਸਤੋ। ਸਭ ਤੋਂ ਵੱਡੀ ਗੱਲ ਹੈ ਫਾਰਮੂਲਾ ਤੁਹਾਡੇ ਸਾਹਮਣੇ ਪਿਆ, ਤੁਸੀਂ ਆਪ ਬਣਾ ਕੇ ਟੇਸਟ ਕਰੋ, ਪੀਓ, ਲੋਕਾਂ ਨੂੰ ਦੱਸੋ, ਸ਼ੇਅਰ ਕਰੋ। ਇਹੀ ਜੜੀ ਬੂਟੀਆਂ ਤੁਹਾਡੇ ਹਾਰਟ ਦੀ ਬਲੋਕੇਜ ਖੋਲ੍ਹ ਦੇਣਗੀਆਂ, ਤੁਹਾਨੂੰ ਤਾਂ ਹੀ ਸਮਝ ਆਊਗੀ। ਪਹਿਲਾਂ ਆਪ ਇਸਤੇਮਾਲ ਕਰੋ, ਫਿਰ ਲੋਕਾਂ ਨੂੰ ਵੀ ਦੱਸੋ, ਠੀਕ ਹੈ ਜੀ। ਇਸ ਤੋਂ ਜ਼ਿਆਦਾ ਵਧੀਆ ਹੋਰ ਤਾਂ ਕੋਈ ਮੈਂ ਦੱਸ ਨਹੀਂ ਸਕਦਾ। ਤੁਹਾਡੇ ਸਾਹਮਣੇ ਸਾਰੀ ਕਿਤਾਬ ਖੁੱਲੀ ਪਈ ਹੈ। ਇਹ ਜੜੀ ਬੂਟੀਆਂ ਮੈਂ ਬਹੁਮੁੱਲੇ ਆਯੁਰਵੇਦ ਦੇ 5000 ਸਾਲ ਪੁਰਾਣੀ ਗ੍ਰੰਥਾਂ 'ਚੋਂ ਕੱਢੀਆਂ ਜੜੀ ਬੂਟੀਆਂ। ਇਹਦੇ ਬਾਰੇ ਕੋਈ ਨਹੀਂ ਦੱਸੇਗਾ ਦੋਸਤੋ, ਸਾਰੇ ਸਿਰਫ ਇੱਕੋ ਜੜੀ ਬੂਟੀ ਜਾਣਦੇ ਆ। ਜਦੋਂ ਗੱਲ ਕਰੋ ਹਾਰਟ ਦੀ ਬਲੋਕੇਜ ਦੀ, ਕਹਿੰਦੇ ਜੀ ਅਰਜੁਨ ਛਾਲ ਦਾ ਕਾੜਾ ਪੀਓ। ਅਰਜੁਨ ਛਾਲ ਤੋਂ ਉੱਪਰ ਕੁਝ ਨਹੀਂ ਹੈ ਜੀ। ਅਰਜੁਨ ਛਾਲ ਦਾ ਕੰਮ ਹੈਗਾ ਹੈ ਦੋਸਤੋ, ਖੂਨ ਨੂੰ ਪਤਲਾ ਕਰਦੀ ਹੈ, ਹਾਰਟ ਦੇ ਪੰਪਿੰਗ ਰੇਟ ਨੂੰ ਬੈਟਰ ਕਰਦੀ ਹੈ, ਹਾਰਟ ਮਸਲਸ ਨੂੰ ਜਾਨ ਦਿੰਦੀ ਹੈ, ਮਗਰ ਬਲੋਕੇਜ ਖੋਲ੍ਹਣ ਵਾਸਤੇ ਬਾਕੀ ਜੜੀ ਬੂਟੀਆਂ ਦੀ ਵੀ ਲੋੜ ਹੈ ਦੋਸਤੋ।
ਮੈਂ ਤੁਹਾਨੂੰ ਸਿਰਫ ਇੱਕ ਗੱਲ ਕਹਿਣਾ ਚਾਹੁੰਦਾ, ਦੇਖੋ ਜਦੋਂ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ ਆਪਾਂ ਉਦੋਂ ਡਾਕਟਰੀ ਇਲਾਜ ਤੇ ਨਾ ਜਾ ਕੇ, ਜਦੋਂ ਪ੍ਰੋਬਲਮ ਦੀ ਸ਼ੁਰੂਆਤ ਹੁੰਦੀ ਹੈ, ਅਗਰ ਆਪਾਂ ਉਦੋਂ ਹੀ ਆਯੁਰਵੇਦ ਦੇ ਵਿੱਚ ਆਈਏ ਤਾਂ ਸਭ ਤੋਂ ਵਧੀਆ ਇਲਾਜ ਹੋਊਗਾ। ਆਪਾਂ ਕੀ ਕਰਦੇ ਹਾਂ ਕਿ ਕੁਝ ਦਵਾਈਆਂ, ਅੰਗਰੇਜ਼ੀ ਦਵਾਈਆਂ ਜਿਹੜੀ ਹੈ ਕਿ ਕੋਲੇਸਟ੍ਰੋਲ ਨੂੰ ਘਟਾਉਂਦੇ ਆ, ਜਿਹਨੂੰ ਕਹਿੰਦੇ ਆ ਸਟੈਟਿਨਸ, ਉਹ ਖਾਣਾ ਸ਼ੁਰੂ ਕਰ ਦਿੰਦੇ ਆ। ਜਦੋਂ ਤੁਹਾਡਾ ਕੋਲੇਸਟ੍ਰੋਲ ਵੱਧਦਾ ਹੈ ਨਾ, ਸਭ ਤੋਂ ਪਹਿਲਾ ਕਾਰਨ ਕੀ ਹੈ? ਕੋਲੇਸਟ੍ਰੋਲ ਕਾਰਨ ਹੈ ਦੋਸਤੋ। ਕੋਲੇਸਟ੍ਰੋਲ ਵੱਧ ਜਾਂਦਾ ਹੈ, ਕੋਲੇਸਟ੍ਰੋਲ ਵੱਧਦਾ, ਆਪਾਂ ਸਟੈਟਿਨਸ ਖਾਣਾ ਸ਼ੁਰੂ ਕਰਦੇ ਹਾਂ। ਸਟੈਟਿਨਸ ਦੇ ਹੋਰ ਬੜੇ ਸਾਈਡ ਇਫੈਕਟ ਹੁੰਦੇ ਆ, ਕੋਲੇਸਟ੍ਰੋਲ ਤੋਂ ਘਟਾ ਦਿੰਦੀ ਹੈ, ਮਗਰ ਉਹਦੇ ਨਾਲ ਫਿਰ ਪਿੱਠ ਦਰਦ ਸ਼ੁਰੂ ਹੋ ਜਾਂਦੀ ਹੈ, ਗਠੀਆ ਸ਼ੁਰੂ ਹੋ ਜਾਂਦਾ ਲੋਕਾਂ ਨੂੰ, ਕਈਆਂ ਨੂੰ ਕਨਸਟੀਪੇਸ਼ਨ ਦੀ ਪ੍ਰੋਬਲਮ ਹੋ ਜਾਂਦੀ ਹੈ, ਸਰੀਰ 'ਚ ਵਾਯੂ ਰਹਿਣੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਸਰੀਰ ਅਕੜ ਜਾਂਦਾ ਹੈ। ਸਭ ਤੋਂ ਜ਼ਿਆਦਾ ਤਕਲੀਫਾਂ ਜਿਹੜੀਆਂ ਹੈ ਅਟੋਰਵਾਸਟੈਟਿਨ ਕਰਕੇ ਆਉਂਦੀਆਂ। ਜਿਹੜਾ ਇਹ ਪ੍ਰੋਡਕਟ ਮੈਨੂੰ ਦੱਸਿਆ, ਕੋਲੇਸਟ੍ਰੋਲ ਵੀ ਘਟਾਊਗਾ, ਹਾਰਟ ਬਲੋਕੇਜ ਵੀ ਠੀਕ ਕਰੂਗਾ। ਇਹ ਸਾਰੀ ਜੜੀ ਬੂਟੀਆਂ ਦਾ ਮਿਸ਼ਰਣ ਵੀ ਤੁਸੀਂ ਕਰਕੇ ਲੈ ਸਕਦੇ ਹੋ। ਬਹੁਤ ਜ਼ਰੂਰੀ ਹੈ, ਸਮਝੀਏ ਆਪਾਂ ਦੋਸਤੋ। ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ, ਹੁਣ ਕਈ ਲੋਕੀ ਡਾਇਬਟੀਜ਼ ਦੇ ਮਰੀਜ਼ ਨੇ, 60-50% ਮਰੀਜ਼ ਜਿਹੜਾ ਆਉਂਦਾ ਹਾਰਟ ਬਲੋਕੇਜ ਦਾ ਡਾਇਬਟੀਜ਼ ਦਾ ਮਰੀਜ਼ ਹੈ। ਡਾਇਬਟੀਜ਼ ਵਾਲੇ ਲੋਕੀ ਪਤਾ ਕੀ ਕਹਿੰਦੇ ਆ? ਉਹ ਤਾਂ ਸਮਝਦੇ ਨਹੀਂ ਜੀ ਕੁਛ ਡਾਇਬਟੀਜ਼ ਨੂੰ। ਪਤਾ ਕੀ ਆ ਕੇ ਬੇਲੀਆਂ ਮਾਰਨਗੇ ਮੇਰੇ ਕੋਲ, ਡਾਕਟਰ ਸਾਹਿਬ ਮੇਰੀ ਤਾਂ ਸ਼ੂਗਰ 400 ਰਹਿੰਦੀ ਹੈ, ਮੈਨੂੰ ਤਾਂ ਕੁਛ ਹੁੰਦਾ ਨਹੀਂ। ਜਦੋਂ ਸ਼ੂਗਰ ਦਾ ਜਾਂ ਅਧਰੰਗ ਦਾ ਅਟੈਕ ਆਉਂਦਾ ਨਾ, ਫੇਰ ਹੀ ਸਮਝ ਆਉਂਦੀ ਹੈ ਸਾਰਿਆਂ ਨੂੰ, ਜਾਂ ਹਾਰਟ ਅਟੈਕ ਆਉਂਦਾ, ਉਸ ਤੋਂ ਪਹਿਲਾਂ ਸਮਝ ਕੇ ਰਾਜੀ ਨਹੀਂ ਕੋਈ। ਇਹੀ ਦੱਸਣਾ ਚਾਹਾਂਗਾ, ਜੇ ਪਹਿਲੇ ਹੀ ਦਿਨ ਤੁਸੀਂ ਸ਼ੂਗਰ ਦਾ ਆਯੁਰਵੈਦਿਕ ਇਲਾਜ ਜਾਂ ਹਾਰਟ ਬਲੋਕੇਜ ਦਾ ਜਿਹੜੇ ਤੁਹਾਨੂੰ ਸਿੰਪਟਮ ਦੱਸੇ, ਤੁਸੀਂ ਇਹਨਾਂ ਦਾ ਇਲਾਜ ਨਾਲ ਦੀ ਨਾਲ ਕਰੋ ਤਾਂ ਤੁਹਾਡੀ ਤਕਲੀਫ ਵਧੇਗੀ ਨਹੀਂ ਦੋਸਤੋ। ਸ਼ੂਗਰ 400 ਜਾਣ ਨਾ ਦਿਓ। ਸ਼ੂਗਰ ਨੂੰ ਵੀ ਆਯੁਰਵੈਦਿਕ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ। ਸ਼ੂਗਰ ਦੀ ਵੀ ਅਸੀਂ ਆਯੁਰਵੈਦਿਕ ਦਵਾਈ ਦਿੰਦੇ ਹਾਂ ਨਾਲ, ਤਾਂ ਹੀ ਠੀਕ ਹੁੰਦੇ ਆ। ਇੱਕ ਟਰਾਇਲ ਹੋਇਆ ਸੀ ਐਲੋਪੈਥੀ ਦੇ ਵਿੱਚ, ਕੀ ਹੈ ਕਿ ਸਾਰੀ ਚੀਜ਼ ਇੱਕ ਟਰਾਇਲ ਬੇਸਡ ਹੈ। ਇਹ ਕੀ ਕਰਦੇ ਆ, ਹਿਊਮਨ ਬੀਇੰਗਸ ਦੇ ਉੱਤੇ ਟਰਾਇਲ ਕਰਦੇ ਨੇ, ਦੱਸਦੇ ਨੇ ਤੁਹਾਨੂੰ ਕਿ ਇਹ ਦਵਾਈ ਇੰਨੇ ਬੰਦਿਆਂ ਨੂੰ ਦਿੱਤੀ ਤੇ ਇੰਨੇ ਬੰਦੇ ਠੀਕ ਹੋਏ। ਸਭ ਤੋਂ ਪਹਿਲਾਂ ਦੋਸਤੋ, ਬੜੇ ਸਾਰੇ ਲੋਕੀ ਕਹਿੰਦੇ ਅਸੀਂ ਤੁਹਾਡੀ ਦਵਾਈ ਖਾਧੀ ਠੀਕ ਨਹੀਂ ਹੋਏ। ਐਲੋਪੈਥੀ ਦਵਾਈ ਦੇ ਵਿੱਚ ਵੀ 70% ਮਰੀਜ਼ ਠੀਕ ਨਹੀਂ ਹੁੰਦੇ, 30% ਮਰੀਜ਼ਾਂ ਨੂੰ ਫਰਕ ਪੈਂਦਾ ਹੈ। ਇਹ ਲਿਖਿਆ ਗਿਆ, ਉਹਨਾਂ ਦੇ ਟਰਾਇਲਸ ਹੁੰਦੇ ਨੇ, ਕਿਉਂਕਿ ਮੈਡੀਸਿਨ ਸਾਰਾ ਕਹਿੰਦੇ ਨੇ ਹਿੱਟ ਐਂਡ ਟਰਾਇਲ। ਮੈਡੀਸਿਨ ਸਾਰੇ ਕਹਿੰਦੇ ਨੇ ਹਿੱਟ ਐਂਡ ਟਰਾਇਲ। ਤਦ ਹੀ ਅਸੀਂ ਲੋਕਾਂ ਨੂੰ ਕਹਿੰਦੇ ਹਾਂ, ਕਈ ਲੋਕਾਂ ਨੂੰ ਸਮਝਾਈਦਾ ਕਿ ਤੁਸੀਂ ਸਾਡੇ ਕੋਲ ਆ ਕੇ ਨਬਜ਼ ਦਿਖਾ ਕੇ ਦਵਾਈ ਲੈ ਕੇ ਜਾਓ, ਕਿਉਂਕਿ ਦਵਾਈ ਸਿਸਟਮ ਦੇ ਹਿਸਾਬ ਨਾਲ, ਵਾਤ ਪਿੱਤ ਕਫ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ ਦੋਸਤੋ। ਇੱਥੇ ਵਾਤ ਪਿੱਤ ਕਫ ਜਦੋਂ ਦੇਵਾਂਗੇ ਤਾਂ 90% ਲੋਕਾਂ ਨੂੰ ਦਵਾਈ ਉਹ ਅਸਰ ਵੀ ਕਰੂਗੀ ਤੇ ਰਿਜ਼ਲਟ ਵੀ ਦਊਗੀ। ਬਹੁਤ ਸਾਰੇ ਮਰੀਜ਼ ਹੁੰਦੇ ਜਿਨ੍ਹਾਂ ਨੂੰ ਇਹ ਸਮਝ ਆਉਂਦੀ ਹੈ ਕਿ ਹਾਂ ਇਹ ਗੱਲ ਸੱਚਾਈ ਹੈ, ਸਾਡੀ ਤਸੀਰ ਦੇ ਹਿਸਾਬ ਨਾਲ ਦਵਾਈ ਬਣਾਈ ਜਾ ਰਹੀ ਹੈ। ਸਭ ਤੋਂ ਜ਼ਰੂਰੀ ਇਹ ਗੱਲ ਸਮਝਣ ਦੀ ਹੈ। ਤੁਹਾਡੀ ਤਸੀਰ ਦੇਖੀ ਜਾਂਦੀ ਹੈ, ਤੁਹਾਡੀ ਤਸੀਰ ਦੇ ਹਿਸਾਬ ਨਾਲ ਦਵਾਈ ਬਣਾਈ ਜਾਂਦੀ ਹੈ, ਤਾਂ ਹੀ ਤੁਸੀਂ ਠੀਕ ਵੀ ਹੁੰਦੇ ਦੋਸਤੋ। ਹੁਣ ਆਈ ਗੱਲ ਸ਼ੂਗਰ ਦੀ। ਜਦੋਂ ਸ਼ੂਗਰ ਦੀ ਆਪਾਂ ਗੱਲ ਕਰਦੇ ਹਾਂ, ਸ਼ੂਗਰ ਦੇ ਮਰੀਜ਼ ਜਿਹੜੇ 300-400 ਜਦੋਂ ਸ਼ੂਗਰ ਹੋ ਜਾਂਦੀ ਹੈ, ਉਦੋਂ ਕਹਿੰਦੇ ਕੁਛ ਨਹੀਂ ਹੈ। ਜਦੋਂ ਆਉਂਦੀ ਹੈ ਉਸ ਤੋਂ ਬਾਅਦ ਫਿਰ ਜਦੋਂ ਅਧਰੰਗ ਦਾ ਅਟੈਕ ਆਉਂਦਾ ਤਾਂ ਗੱਲ ਬਣਦੀ ਹੈ, ਤਾਂ ਉਹਨੂੰ ਸਮਝ ਆਉਂਦੀ ਹੈ ਕਿ ਮੈਂ ਕੀ ਗਲਤ ਕਰ ਰਿਹਾ ਸੀ, ਜਾਂ ਫਿਰ ਹਾਰਟ ਅਟੈਕ ਆਉਂਦਾ ਜਾਂ ਬਲੋਕੇਜ ਵੱਧ ਜਾਂਦੀ ਹੈ। ਉਦੋਂ ਫਿਰ ਬਾਕੀ ਦਿਹਾੜੇ ਕੀ ਕਰਾਉਣਾ ਪੈਂਦਾ? ਆਪਰੇਸ਼ਨ ਕਰਾਉਣਾ ਪੈਂਦਾ। ਕਈਆਂ ਕੋਲ ਤਾਂ ਚਲੋ ਪੈਸੇ ਹੈਗੇ, ਮੈਂ ਤਾਂ ਕਹਿੰਦਾ ਉਹ ਮਰੀਜ਼ਾਂ ਵਾਸਤੇ ਮੈਂ ਦੱਸ ਰਿਹਾ ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ, ਕਿਉਂਕਿ 2-2 ਲੱਖ ਰੁਪਏ ਹਰ ਕੋਈ ਹਿੰਦੁਸਤਾਨੀ ਨਹੀਂ ਅਫੋਰਡ ਕਰ ਸਕਦਾ ਮੈਡਮ। ਇਹ ਸਭ ਤੋਂ ਵੱਡੀ ਗੱਲ ਹੈ। ਉਹਨਾਂ ਵਾਸਤੇ ਜੜੀ ਬੂਟੀਆਂ ਬਹੁਤ ਹੀ ਲਾਭਦਾਇਕ ਨੇ, ਤੁਸੀਂ ਇਹ ਯੂਜ਼ ਕਰੋ। ਇਹਨਾਂ ਚੀਜ਼ਾਂ ਨੂੰ ਸਮਝੋ, ਜਦ ਤੱਕ ਤੁਸੀਂ ਸਮਝੋਗੇ ਨਹੀਂ। ਬਹੁਤ ਵਧੀਆ ਇਲਾਜ ਆਯੁਰਵੇਦ ਦੇ ਵਿੱਚ ਉਪਲਬਧ ਹੈ, ਸ਼ੂਗਰ ਦਾ ਵੀ ਤੇ ਨਾਲ ਹਾਰਟ ਬਲੋਕੇਜ ਦਾ ਵੀ। ਸ਼ੂਗਰ ਦਾ ਸਿੱਧਾ ਡਾਇਰੈਕਟ ਲਿੰਕ ਹੈ। ਟਰਾਇਲ ਦੀ ਗੱਲ ਕਰ ਰਿਹਾ ਸੀ, ਅਕੋਰਡ ਟਰਾਇਲ ਹੁੰਦਾ ਇੱਕ। ਅਕੋਰਡ ਟਰਾਇਲ ਬਾਰੇ ਦੱਸਿਆ ਹੈ 11,000 ਪੇਸ਼ੈਂਟ ਇਹ 'ਚ ਪਾਏ ਗਏ ਨੇ ਜੀ। ਉਹਦੇ 'ਚ 2 ਗਰੁੱਪ ਬਣਾਏ, ਏ ਔਰ ਬੀ। ਤੇ ਏ ਗਰੁੱਪ ਦੇ ਵਿੱਚ ਉਹ ਮਰੀਜ਼ ਰੱਖੇ ਨੇ ਜਿਹੜੇ ਕਿ ਤੁਸੀਂ ਇਹ ਸਮਝ ਲਓ ਕਿ ਉਹਨਾਂ ਦੀ ਸ਼ੂਗਰ ਨੂੰ ਕੰਟਰੋਲ ਕੀਤਾ। ਇਹਨਾਂ ਨੇ ਸੋਚਿਆ, ਸਾਇੰਟਿਸਟ ਨੇ ਸੋਚਿਆ ਜਿਹੜੀ ਸ਼ੂਗਰ ਹੈ ਉਹੀ ਹਾਰਟ ਅਟੈਕ ਦਾ ਕਾਰਨ ਹੈ। ਹਾਰਟ ਨੂੰ ਬਿਮਾਰੀ ਨੂੰ ਰੋਕਣਾ ਹੈ ਤਾਂ ਸ਼ੂਗਰ ਨੂੰ ਆਪਾਂ ਕੰਟਰੋਲ ਕਰ ਲੈਂਦੇ ਹਾਂ। ਤਾਂ ਸ਼ੂਗਰ ਕੰਟਰੋਲ ਕਰਨ ਵਾਸਤੇ ਉਹਨਾਂ ਨੇ ਤੁੰਨ ਕੇ ਦਵਾਈਆਂ ਦੇਣੀਆਂ ਸ਼ੁਰੂ ਕਰਤੀਆਂ। ਸ਼ੂਗਰ ਦਾ HbA1c ਜਿਹੜੀ 3 ਮਹੀਨੇ ਦੀ ਸ਼ੂਗਰ ਹੁੰਦੀ ਹੈ ਉਹ 6 ਤੋਂ ਥੱਲੇ ਲਿਆਏ। ਤੇ ਬੀ ਗਰੁੱਪ ਦੇ ਵਿੱਚ ਦਵਾਈਆਂ ਘੱਟ ਦਿੱਤੀਆਂ। ਲਗਭਗ 5-5.5 ਹਜ਼ਾਰ ਪੇਸ਼ੈਂਟ ਏ ਗਰੁੱਪ ਸੀਗਾ, 5-5.5 ਹਜ਼ਾਰ ਬੀ ਗਰੁੱਪ ਸੀਗਾ। ਇਹ ਟਰਾਇਲ 6 ਸਾਲ ਚੱਲਣਾ ਸੀ। ਤੇ ਤੁਸੀਂ ਦੇਖੋ ਇਹ ਦੋਸਤੋ ਟਰਾਇਲ ਹਿੰਦੁਸਤਾਨ 'ਚ ਨਹੀਂ ਬਾਹਰ ਹੋਇਆ ਤੇ ਬਾਹਰਲੀ ਗਵਰਨਮੈਂਟ ਨੇ 3.5 ਸਾਲਾਂ ਬਾਅਦ ਇਹ ਟਰਾਇਲ ਹੀ ਬੰਦ ਕਰਤਾ। ਇਹ ਟਰਾਇਲ ਬੰਦ ਕਿਆ ਹੋਇਆ ਮੈਡਮ? ਇਹ ਦੱਸੋ ਕਿ ਕਿਉਂ ਬੰਦ ਹੋਇਆ ਹੋਊਗਾ? ਕਿਉਂਕਿ ਏ ਗਰੁੱਪ ਦੇ ਵਿੱਚ ਜਿਨ੍ਹਾਂ ਨੇ ਤੁੰਨ ਕੇ ਦਵਾਈਆਂ ਦਿੱਤੀਆਂ ਸੀ, ਉਹਦੇ 'ਚ ਇੰਨੀਆਂ ਡੈਥ ਹੋਈਆਂ ਕਿ ਕਹਿੰਦੇ ਛੱਡੋ ਖਹਿੜਾ, ਤੁਸੀਂ ਦਵਾਈ ਨਾ ਹੀ ਦਿਓ। ਤਾਂ ਦੋਸਤੋ ਇਹ ਹੈ ਸੱਚਾਈ ਐਲੋਪੈਥਿਕ ਦਵਾਈ ਦੀ। ਇਹ ਮੈਂ ਨਹੀਂ ਕਹਿ ਰਿਹਾ, ਗੂਗਲ ਤੇ ਜਾਓ, ਆਪ ਸਰਚ ਕਰੋ ਅਕੋਰਡ ਟਰਾਇਲ। ਜਿਹੜੇ ਕਹਿੰਦੇ ਨੇ ਕਿ ਭਾਈ ਐਲੋਪੈਥੀ ਦਵਾਈ ਖਾਓ, ਟਰਾਇਲ ਬੇਸਡ ਹੈ, ਇਹ ਬੇਸਡ ਹੈ, ਸਾਇੰਟੀਫਿਕ ਬੇਸਡ ਹੈ, ਉਹ ਟਰਾਇਲ ਦੇ ਉੱਤੇ ਜਾਓ, ਅਕੋਰਡ ਟਰਾਇਲ ਪੜ੍ਹਿਓ ਜਰਾ ਜਾ ਕੇ, ਤੁਹਾਨੂੰ ਸਮਝ ਆਊਗੀ ਕਿ ਕਿੰਨੀ ਟਰਾਇਲ ਬੇਸਡ ਹੈ ਉਹ।
ਇਹ ਜੜੀ ਬੂਟੀਆਂ, ਦੇਸੀ ਜੜੀ ਬੂਟੀਆਂ ਦੋਸਤੋ, ਤੁਹਾਡੀ ਆਪਣੀ ਆਯੁਰਵੇਦ, ਤੁਹਾਡਾ ਆਪਣਾ ਆਯੁਰਵੇਦ ਤੁਹਾਡੀ ਹੀ ਸੇਵਾ ਕਰ ਸਕਦਾ, ਤੁਹਾਡੀ ਰੱਖਿਆ ਕਰੂਗਾ। ਸਾਰਾ ਵਰਲਡ ਵਿਸ਼ਵ ਆਯੁਰਵੇਦ ਦੇ ਪਿੱਛੇ ਜਾ ਰਿਹਾ। ਅੱਜ ਦੀ ਡੇਟ ਤੁਹਾਨੂੰ ਪਤਾ ਸਾਡਾ ਮੇਜਰ ਐਕਸਪੋਰਟ ਜਿਹੜਾ ਹੈ ਆਯੁਰਵੇਦ ਦੇ ਥਰੂ ਹੋ ਰਿਹਾ। ਆਯੁਰਵੇਦ ਦੀ ਜਿਹੜੀ ਮਾਰਕੀਟ ਹੈ ਅਬਰੋਡ ਜ਼ਿਆਦਾ, ਇੰਡੀਆ 'ਚ ਘੱਟ ਹੋ ਗਈ ਹੈ, ਕਿਉਂਕਿ ਜਿਹੜੇ ਜਨਤਾ ਹੈ ਉਹਨਾਂ ਨੂੰ ਸਮਝ ਆ ਗਈ ਹੈ ਕਿ ਪੇਨ ਕਿਲਰਸ ਖਾ ਕੇ ਜਾਂ ਕੋਈ ਵੀ ਅੰਗਰੇਜ਼ੀ ਦਵਾਈ ਖਾ ਕੇ ਉਹਨਾਂ ਨੂੰ ਸਾਈਡ ਇਫੈਕਟ ਚੱਲਣ ਤੋਂ ਚੰਗਾ ਆਯੁਰਵੇਦ ਅਪਣਾਓ। ਆਪਾਂ ਤਾਂ ਇੱਥੇ ਹਲਦੀ ਵਾਲਾ ਦੁੱਧ ਨਾ ਕਰਦੇ ਰਹੇ, ਨੱਕ ਵੜਤੇ ਰਹੇ, ਉੱਥੇ ਉਹਨਾਂ ਨੇ 골ਡਨ ਮਿਲਕ ਲੈ ਕੇ ਪੇਟੈਂਟ ਕਰਾ ਲਿਆ ਸੀ ਮੈਡਮ, ਯਾਦ ਹੈ ਤੁਹਾਨੂੰ? ਤੇ ਪੇਟੈਂਟ ਫਿਰ ਬਾਅਦ 'ਚ ਖਾਰਿਜ ਕਰਨਾ ਪਏਗਾ ਕਿ ਇਹਦਾ ਕੀ ਪੇਟੈਂਟ ਕਰਾਉਂਗੇ। ਉਹਨਾਂ ਨੇ ਤਾਂ 골ਡਨ ਮਿਲਕ ਹਜੇ ਵੀ ਵੇਚਦੇ ਨੇ। ਤਾਂ ਇਹ ਆਯੁਰਵੇਦ ਦੀ ਸ਼ਕਤੀ ਹੈ ਦੋਸਤੋ। ਜਿਹੜਾ ਬੰਦਾ ਕਹਿੰਦਾ ਕਿ ਆਯੁਰਵੇਦ ਦੇ ਨਾਲ ਕੁਝ ਨਹੀਂ ਬਣਨਾ, ਉਹ ਕੋਈ ਗੱਲ ਨਹੀਂ, ਆਪਣੀ ਸਮਝ ਦੇ ਨਾਲ ਰਵੇ, ਮਗਰ ਆਯੁਰਵੇਦ ਦੇ 'ਚ ਬਹੁਤ ਕੁਝ ਹੈ, ਬਹੁਤ ਸਕੋਪ ਹੈ। ਜੇ ਆਯੁਰਵੇਦ ਨਾਲ ਕੁਝ ਨਾ ਬਣਦਾ ਤਾਂ ਅਸੀਂ ਸ਼ਾਇਦ ਭੁੱਖੇ ਹੀ ਮਰਦੇ। ਤਾਂ ਸ਼ੂਗਰ ਦੀ ਗੱਲ ਕੀਤੀ ਹੈ, ਹਾਰਟ ਬਲੋਕੇਜ ਤੇ ਆਪਾਂ ਦੁਬਾਰਾ ਆਂਦੇ। ਡਾਕਟਰ ਸਾਹਿਬ ਹੁਣ ਤੱਕ ਤੁਸੀਂ ਕਿੰਨੇ % ਤੱਕ ਦੀ ਜਿਹੜੀ ਕਿ ਹਾਰਟ ਬਲੋਕੇਜ ਖੋਲ ਚੁੱਕੇ ਹੋ? ਦੇਖੋ ਪ੍ਰੋਬਲਮ ਤਾਂ ਇਹ ਹੈ ਕਿ ਇਹੀ ਸਮਝਣ ਦੀ ਗੱਲ ਹੈ ਕਿ ਜਦ ਤੱਕ ਆਪਾਂ ਨੂੰ ਪ੍ਰੋਬਲਮ ਦੀ ਜੜ ਤੇ ਨਹੀਂ ਜਾਓਗੇ ਤਾਂ 1% ਵੀ ਨਹੀਂ ਖੁੱਲ੍ਹਣੀ। ਤੇ ਸਾਡੇ ਕੋਲ ਤਾਂ 100% ਵਾਲੇ ਰੋਗੀ ਵੀ ਆਉਂਦੇ ਆ, ਟ੍ਰਿਪਲ ਵੈਸਲ ਡਿਜ਼ੀਜ਼ ਵੀ ਆਉਂਦੀ ਹੈ ਕਿ ਹੁਣ ਤਾਂ ਬਾਈਪਾਸ ਸਰਜਰੀ ਕਰਾਣੀ ਹੈ। 70 80 90 100 ਸਭ ਖੁੱਲ੍ਹ ਜਾਂਦੀ ਹੈ ਆਯੁਰਵੈਦਿਕ ਦਵਾਈ ਨਾਲ। ਭਰੋਸਾ ਦਿਖਾਣਾ ਹੈ, ਤੁਹਾਡੇ ਉੱਤੇ ਹੈ। ਭਰੋਸਾ ਦਿਖਾ ਕੇ ਹੀ ਕੰਮ ਚੱਲਣਾ, ਤਾਂ ਹੀ ਤੁਹਾਡੀ ਬਲੋਕੇਜਸ ਖੁੱਲ੍ਹਣੀ ਹੈ ਦੋਸਤੋ। ਅਗਰ ਜੇ ਡਾਕਟਰ ਸਾਹਿਬ ਕਿਸੇ ਨੂੰ ਘਰ ਦੇ ਵਿੱਚ ਹੀ ਜੇ ਪ੍ਰੋਬਲਮ ਆ ਜਾਂਦੀ ਹੈ ਤਾਂ ਕਈ ਵਾਰ ਕੀ ਹੁੰਦਾ, ਘਰ ਦੇ ਵਿੱਚ ਨਹੀਂ ਹੁੰਦਾ ਕੋਈ, ਤਾਂ ਉਹਦੇ ਬਾਰੇ ਕੀ ਕਰਨਾ ਚਾਹੀਦਾ? ਉਸ ਟਾਈਮ ਦੀ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਚਾਹੀਦਾ? ਦੇਖੋ ਇਹ ਬੜੀ ਜ਼ਰੂਰੀ ਗੱਲ ਪੁੱਛੀ ਹੈ, ਆਪਾਂ ਭੁੱਲ ਗਏ ਸੀਗੇ। ਆਪਾਂ ਇਹ ਚੀਜ਼ ਜਿਹੜੀ ਹੈਗੀ ਹੈ, ਅਗਰ ਤੁਹਾਨੂੰ ਛਾਤੀ ਦਰਦ ਹੋ ਰਿਹਾ ਤੇ ਇੱਕਦਮ ਕਰੇ ਕੋਈ ਨਹੀਂ ਹੈ ਤੇ ਤੁਸੀਂ ਕਿਤੇ ਜਾਣ ਜੋਗੇ ਵੀ ਨਹੀਂ ਦੋਸਤੋ, ਤਾਂ ਆ ਇੱਕ ਆਪਾਂ ਮੁੱਠੀ ਬਣਾਉਣੀ ਹੈ, ਅੰਗੂਠੇ ਅੰਦਰ ਰੱਖ ਕੇ ਪੇਟ 'ਚ ਦਬਣਾ ਹੈ। ਪੇਟ ਦਬ ਕੇ ਥੱਲੇ ਝੁਕਣਾ ਹੈ, ਪਹਿਲਾਂ ਤਾਂ ਝੁਕ ਕੇ ਨਾਲ ਖੰਘਣਾ ਹੈ। ਜਦ ਤੱਕ ਖੰਘਣਾ ਹੈ ਤਦ ਤੱਕ, ਜਦ ਤੱਕ ਮੂੰਹ ਦੇ ਰਾਹੀਂ ਥੁੱਕ ਨਾ ਆ ਜਾਵੇ ਤਦ ਤੱਕ ਖੰਘੀ ਜਾਣਾ ਹੈ। ਤੇ ਨਾਲ ਦੀ ਨਾਲ ਤੁਸੀਂ ਦੇਖੋਗੇ ਛਾਤੀ ਦਾ ਦਰਦ ਘਟ ਜਾਏਗਾ, ਹਾਰਟ ਅਟੈਕ ਥੰਮ ਜਾਏਗਾ ਤੇ ਲਾਈਫ ਬਚ ਜਾਏਗੀ ਦੋਸਤੋ। ਇਹ ਇੱਕ ਬੜਾ ਜ਼ਰੂਰੀ ਚੀਜ਼ ਹੈ, ਤੁਹਾਨੂੰ ਦੱਸੀਏ, ਦੁਆਰ ਤੋਂ ਦੱਸਣ ਜਾ ਰਹੇ ਹਾਂ। ਹੱਥ ਨੂੰ ਇੱਦਾਂ ਮੋੜ ਕੇ ਮੁੱਠੀ ਬੰਦ ਕਰਕੇ ਪੇਟ ਦਬਣੀ ਹੈ ਤੇ ਨੀਚੇ ਝੁਕਣਾ ਹੈ, ਠੀਕ ਹੈ? ਇਹ ਯਾਦ ਰੱਖਿਓ, ਕੋਈ ਵੀ ਐਕਸਰਸਾਈਜ਼ ਜਾਂ ਬਾਰ-ਬਾਰ ਜਿਹੜਾ ਘੁੰਮਣਾ ਸ਼ੁਰੂ ਕਰ ਦਿੰਦੇ ਕਈ ਲੋਕੀ, ਜ਼ਿਆਦਾ ਘੁੰਮਣਾ ਨਹੀਂ ਚਾਹੀਦਾ। ਇੱਕ ਜਗ੍ਹਾ ਬੈਠ ਕੇ ਇਹ ਚੀਜ਼ ਕਰਨੀ ਹੈ, ਕੁਰਸੀ ਤੇ ਬੈਠ ਕੇ ਤੁਸੀਂ ਆਰਾਮ ਨਾਲ ਇਹ ਚੀਜ਼ ਕਰ ਸਕਦੇ ਹੋ। ਤੁਸੀਂ ਖੰਘਣਾ ਹੈ ਔਰ ਪੇਟ ਨੂੰ ਨੀਚੇ ਇੰਝ ਮੁੱਠੀ ਦੱਬ ਕੇ ਖੰਘਣਾ ਹੈ। ਉਹਦੇ ਨਾਲ ਆਪਣੇ ਆਪ ਤੁਹਾਡਾ ਹਾਰਟ ਅਟੈਕ ਜਿਹੜਾ ਹੈ ਥੰਮ ਜਾਏਗਾ। ਤੁਹਾਨੂੰ ਜਿਹੜੀ ਇਨੀਸ਼ੀਅਲ ਪੇਨ ਹੋਈ ਸੀ ਉਹ ਠੀਕ ਹੋ ਜਾਏਗੀ, ਸਰਕੂਲੇਸ਼ਨ ਦੁਆਰ ਤੋਂ ਚਾਲੂ ਹੋ ਜਾਏਗੀ। ਫਿਰ ਇਹ ਕਿ ਮਰੀਜ਼ ਦੀ ਉਮਰ ਕੀ ਹੋਏਗੀ? 60 70 ਸਾਲ ਹੈ ਨਾ? ਅੱਜ ਕੱਲ ਮੇਰੇ ਕੋਲ 20 ਸਾਲ ਦਾ ਬੱਚਾ ਵੀ ਆ ਰਿਹਾ ਜਿਹਦੇ ਕੋਲ ਹਾਰਟ ਦੀ ਮਰੀਜ਼, ਜਿਹੜੀ ਹਾਰਟ ਦੀ ਬਲੋਕੇਜ ਨਿਕਲ ਆਈ ਹੈ। ਅੱਜ ਹੁਣ ਮੇਰੇ ਕੋਲ 5 ਮਹੀਨੇ ਦਾ ਉਹਨੂੰ ਤਾਂ ਜਨਮਾਂਦਰੂ ਹੈ, ਚਲੋ ਗੱਲ ਵੱਖਰੀ ਆ ਗਈ, ਮਗਰ 20 ਸਾਲ ਦਾ ਮੁੰਡਾ ਮੇਰੇ ਕੋਲ ਆ ਰਿਹਾ ਜਿਹਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਕਿਉਂ ਐਵੇਂ ਬਿਮਾਰੀਆਂ ਹੋ ਰਹੀਆਂ ਨੇ? ਇਹ ਸਾਰਾ ਆਪਣਾ ਖਾਣ ਪੀਣ ਦਾ ਤਰੀਕਾ ਹੈ ਜਿਹਦੇ ਕਰਕੇ ਦਿੱਕਤਾਂ ਆ ਰਹੀਆਂ। ਆਪਾਂ ਦਵਾਈਆਂ ਜ਼ਿਆਦਾ ਖਾਣ ਲੱਗ ਗਏ ਹਾਂ, ਸਟ੍ਰੈਸ ਬਹੁਤ ਜ਼ਿਆਦਾ ਲੈ ਰਹੇ ਹਾਂ। ਅੱਜ ਦੀ ਡੇਟ 'ਚ ਮੇਜਰ ਜਿਹੜੀ ਹਾਰਟ ਬਲੋਕੇਜ ਦਾ ਕਾਰਨ ਹੈ ਨਾ ਦੋਸਤੋ, ਤੁਹਾਡਾ ਸਟ੍ਰੈਸ ਹੈ। ਇਸ ਸਟ੍ਰੈਸ ਨੂੰ ਦੂਰ ਕਰੋ, ਜ਼ਿਆਦਾ ਨਾ ਬਿਮਾਰੀਆਂ ਪਾਲੋ, ਸਟ੍ਰੈਸ ਤੋਂ ਦੂਰ ਰਹੋ, ਪ੍ਰਾਣਾਯਾਮ ਕਰੋ, ਯੋਗਾ ਕਰੋ। ਅੱਜ ਕੱਲ੍ਹ ਇਸੇ ਲਈ ਸਾਰੇ ਇਹਨਾਂ ਚੀਜ਼ਾਂ 'ਤੇ ਮਹੱਤਵ ਦੇ ਰਹੇ ਨੇ। ਇਹ ਗੱਲ ਨੂੰ ਸਮਝੋ, ਨਹੀਂ ਤਾਂ ਆਉਣ ਵਾਲੇ ਟਾਈਮ 'ਚ ਇਹ ਹਾਰਟ ਦੇ ਮਰੀਜ਼ ਵਧੀ ਜਾਣਗੇ ਤੇ ਤੁਸੀਂ ਸੋਚੋਗੇ ਕਿ ਕੀ ਹੋ ਗਿਆ। 20 ਸਾਲ ਦੇ ਮਰੀਜ਼, 20 ਸਾਲ ਦਾ ਬੱਚਾ ਜਿਹਨੂੰ ਹਾਰਟ ਬਲੋਕੇਜ। ਤਾਂ ਡਾਕਟਰ ਅਗਰਵਾਲ ਸਾਹਿਬ ਦੱਸ ਰਹੇ ਨੇ ਕਿ ਉਹਨਾਂ ਦੇ ਕੋਲ 100% ਬਲੋਕੇਜ ਵਾਲੇ ਵੀ, ਹਾਰਟ ਬਲੋਕੇਜ ਵਾਲੇ ਜਿਹੜੇ ਕਿ ਮਰੀਜ਼ ਆਏ ਨੇ। ਤਾਂ ਕਾਫੀ ਹੈਰਾਨੀ ਦੀ ਗੱਲ ਕਹੀ ਹੈ ਡਾਕਟਰ ਸਾਹਿਬ, ਕਿਵੇਂ ਹੋ ਸਕਦਾ ਹੈ ਕਿ ਕੋਈ 100% ਬਲੋਕੇਜ ਵਾਲਾ ਮਰੀਜ਼ ਤੁਹਾਡੇ ਕੋਲ ਆਇਆ ਹੋਵੇ ਤੇ ਉਹ ਜਿੰਦਾ ਕਿਵੇਂ ਰਹਿ ਸਕਦਾ ਹੈ? ਹਾਂ, ਇਹ ਇੱਕ ਬੜੀ ਵੱਡੀ ਚੀਜ਼ ਹੈ। ਬੰਦਾ ਇਹ ਸੋਚਦਾ ਮੈਨੂੰ ਤਾਂ 100% ਬਲੋਕੇਜ ਦੱਸੀ ਹੈ ਡਾਕਟਰ ਨੇ ਤੇ ਮੈਂ ਜਿੰਦਾ ਕਿਵੇਂ? ਦੋਸਤੋ, ਜਦੋਂ ਹਾਈਵੇ ਬਲੌਕ ਹੁੰਦਾ ਤੁਸੀਂ ਕੀ ਕਰਦੇ ਹੋ? ਉੱਥੇ ਖੜ ਜਾਂਦੇ ਆ। ਨਹੀਂ ਤਾਂ ਫਿਰ ਕੋਈ ਤੁਹਾਨੂੰ ਸਾਹਮਣੇ ਬਲੌਕ ਦਿਖ ਰਿਹਾ ਹੁੰਦਾ ਤਾਂ ਲੋਕੀ ਲੈਫਟ ਤੋਂ ਰਾਈਟ ਤੋਂ ਕਿਤੇ ਨਾ ਕਿਤੇ ਪਿੰਡਾਂ 'ਚੋਂ ਰਸਤਾ ਬਣਾ ਕੇ ਅੱਗੇ ਪਹੁੰਚ ਜਾਂਦੇ ਨੇ। ਤਾਂ ਉਹੀ ਚੈਨਲ ਆਫ ਸਰਕੂਲੇਸ਼ਨ ਸਾਡੇ ਹਾਰਟ ਦੇ ਵਿੱਚ ਹੈਗਾ। ਇਹਨੂੰ ਕੋਲੈਟਰਲ ਸਰਕੂਲੇਸ਼ਨ ਕਹਿੰਦੇ ਨੇ। ਮਤਲਬ ਕਿ ਉਹ ਪਿੰਡਾਂ ਵਾਲੀ ਰੋਡ ਸਾਡੇ ਇੱਥੇ ਅੰਦਰ ਰੱਬ ਨੇ ਬਣਾਈ ਹੈ, ਉਹ ਆਪਣੇ ਆਪ ਖੁੱਲ੍ਹ ਜਾਂਦੀ, ਜਿਹਦੇ ਕਰਕੇ ਮਰੀਜ਼ ਜਿੰਦਾ ਰਹਿੰਦਾ। ਕੋਈ ਹੈ ਜੀ ਰਿਪੋਰਟ ਜਿਹੜੀ ਤੁਹਾਡੇ ਕੋਲ 100% ਵਾਲਾ ਬੰਦਾ ਕੋਈ ਠੀਕ ਹੋਇਆ? ਬਿਲਕੁਲ ਬਿਲਕੁਲ ਪ੍ਰਤੱਖ। ਮੈਨੂੰ ਪਤਾ ਸੀ ਮੈਡਮ ਨੇ ਇਹ ਕੁਐਸਚਨ ਕਰਨਾ ਹੀ ਕਰਨਾ ਹੈ। ਮੇਰੇ ਕੋਲ ਇੱਕ ਰਿਪੋਰਟ ਹੈ ਦੋਸਤੋ। ਮੇਰੇ ਕੋਲ ਇੱਕ ਪੇਸ਼ੈਂਟ ਆਇਆ ਸੀ ਜਿਹਦੀ ਕਿ ਤੁਸੀਂ ਦੇਖ ਸਕਦੇ ਹੋ, ਇੱਕ ਨਾੜੀ 100% ਬਲੌਕ ਸੀਗੀ ਤੇ ਦੂਜੀ ਨਾੜੀ 30% ਬਲੌਕ ਸੀਗੀ। ਇਹ RCA ਜਿਹੜੀ ਹੈਗੀ ਆ, ਦੇਖੋ ਇੱਥੇ ਤੁਸੀਂ ਲਿਖਿਆ ਦੇਖੋਗੇ, ਇਹ ਦੇਖੋ ਵਿਦ ਨੀਅਰ ਟੋਟਲ ਅਕਲੂਜਨ। ਟੋਟਲ ਅਕਲੂਜਨ ਦਾ ਮਤਲਬ ਇਹ ਹੁੰਦਾ ਕਿ ਪੂਰੀ ਬਲੌਕਡ ਹੈ। ਤੇ ਇਹ ਰਿਪੋਰਟ ਸੀਗੀ 20/11/2022 ਦੀ। ਉਸ ਤੋਂ ਬਾਅਦ ਆਪਾਂ 2 ਮਹੀਨੇ ਦਵਾਈ ਖਿਲਾਈ ਇਸ ਪੇਸ਼ੈਂਟ ਨੂੰ। 2 ਮਹੀਨੇ ਦਵਾਈ ਖਾਣ ਤੋਂ ਬਾਅਦ ਆਹ ਦੇਖੋ ਜੀ, ਇਹ ਆਈ ਜੀ, ਜਿਹੜੀ
100% ਬਲੋਕੇਜ ਸੀਗੀ ਆਰਸੀਏ ਦੇ ਵਿੱਚ, ਉਹ 60 ਤੋਂ 70% ਰਹਿ ਗਈ ਹੈ ਜੀ। ਠੀਕ ਹੈ ਜੀ, ਇਹ ਤੁਸੀਂ ਦੇਖ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਪ੍ਰਤੱਖ ਨੂੰ ਵੀ ਪ੍ਰਮਾਣ ਦੀ ਲੋੜ ਹੈ, ਕਿਉਂਕਿ ਮੈਂ ਕਹਿਤਾ ਮੈਡਮ ਨੂੰ, ਇਹ ਲੱਗ ਗਿਆ ਕਿ ਅਸੀਂ ਸ਼ਾਇਦ ਠੀਕ ਨਹੀਂ ਕਰ ਸਕਦੇ। ਆਹ ਦੇਖ ਲਓ। ਨਹੀਂ ਨਹੀਂ ਬਿਲਕੁਲ, ਲੋਕੀ ਤਾਂ ਵੈਸੇ ਵੀ ਪ੍ਰੂਫ ਮੰਗਦੇ ਨੇ। ਦੇਖੋ ਪ੍ਰੂਫ ਦੇ ਰਹੇ ਹਾਂ ਤੁਹਾਨੂੰ ਦੋਸਤੋ, ਪ੍ਰੂਫ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਮੇਰੇ ਕੋਲ। ਉਹ ਜਿਹੜੀ 30% ਬਲੋਕੇਜ ਸੀ ਉਹ ਬਿਲਕੁਲ ਖੁੱਲ ਗਈ, ਸਿਰਫ ਆਹੀ ਇੱਕ ਬਲੋਕੇਜ ਰਹਿੰਦੀ ਹੈ ਜਿਹੜੀ ਕਿ 60 ਤੋਂ 70% ਰਹਿ ਗਈ ਹੈ। ਆਰਸੀਏ ਦੇ ਵਿੱਚ ਪਹਿਲਾਂ ਸੀਗੀ, ਆਰਸੀਏ ਦੇ ਵਿੱਚ ਹੀ ਹੁਣ ਹੈਗੀ ਹੈ। ਤਾਂ ਇਹ ਹੈ ਦੋਸਤੋ ਤੁਹਾਡੇ ਸਾਹਮਣੇ, ਆਪਾਂ ਆਯੁਰਵੇਦ ਸੱਚਵੀ 'ਚ ਹਮੇਸ਼ਾ ਹੀ ਸੱਚਾਈ ਹੀ ਤੁਹਾਨੂੰ ਦਿਖਾਈ ਜਾਏਗੀ, ਸੱਚਾਈ ਹੀ ਦੱਸੀ ਜਾਏਗੀ। ਪੋਸੀਬਲ ਹੈਗਾ ਜੇ ਤੁਸੀਂ ਸਾਨੂੰ ਫੋਲੋ ਕਰੋ, ਜਿੱਦਾਂ ਤੁਹਾਨੂੰ ਡਾਈਟ ਦੱਸੀ ਗਈ ਹੈ ਉਹ ਫੋਲੋ ਕਰਨੀ ਹੈ, ਜੜੀ ਬੂਟੀਆਂ ਤੁਹਾਨੂੰ ਮੈਂ ਦੱਸਤੀਆਂ ਉਹ ਫੋਲੋ ਕਰੋ, ਡੈਫੀਨੇਟਲੀ ਤੁਹਾਡੀ ਬਲੋਕੇਜ ਕਲੀਅਰ ਹੋਏਗੀ। ਬਿਲਕੁਲ, ਤਾਂ ਵਿਦ ਪ੍ਰੂਫਲੀ ਕੰਮ ਕੀਤਾ ਹੈ, ਜਿਹੜੇ ਕਿ ਡਾਕਟਰ ਸਾਹਿਬ ਨੇ, ਜਿਵੇਂ ਕਿ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਵੀ ਕੀਤੀ ਹੈ ਕਿ 100%, ਮੈਂ ਵੀ ਕਾਫੀ ਸੁਣ ਕੇ ਹੈਰਾਨ ਹੈ ਕਿ 100% ਕਿਸੇ ਦੀ ਬਲੋਕੇਜ ਹੋਵੇ ਤੇ ਉਹ ਬੰਦਾ ਜਿਉਂਦਾ ਰਹਿ ਗਿਆ। ਤਾਂ ਕਾਫੀ ਬਿਲਕੁਲ ਡਾਕਟਰ ਸਾਹਿਬ ਕਾਫੀ ਚਮਤਕਾਰ ਵਾਲੀ ਗੱਲ ਹੋ ਗਈ ਹੈ। ਤਾਂ ਡਾਕਟਰ ਅਗਰਵਾਲ ਨੇ ਦੱਸਿਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਕਿ ਹਾਰਟ ਬਲੋਕੇਜ ਨੂੰ ਖੋਲ੍ਹ ਸਕਦੇ ਹੋ। ਜੇਕਰ ਅਚਾਨਕ ਤੁਹਾਨੂੰ ਇਹ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਸ ਚੀਜ਼ ਨੂੰ ਦੱਸੇ ਕਿ ਕਿਸ ਤਰੀਕੇ ਤੁਸੀਂ ਐਕਸਰਸਾਈਜ਼ ਕਰਕੇ ਉਸ ਨੂੰ, ਉਸ ਸਮੇਂ ਨੂੰ ਜਿਹੜੇ ਕਿ ਆਪਣੇ ਹੱਥ 'ਚ ਲੈ ਸਕਦੇ ਹੋ, ਠੀਕ ਕਰ ਸਕਦੇ ਹੋ। ਤਾਂ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੇਅਰ ਕਰੋ ਆਪੋ ਆਪਣੇ ਰਿਸ਼ਤੇਦਾਰਾਂ ਦੇ ਨਾਲ ਤੇ ਯਾਰ ਦੋਸਤਾਂ ਦੇ ਨਾਲ।